ਇਹ ਕੋਈ ਬਣਾਵਟੀ ਗੱਲ ਨਹੀਂ, ਬਲਕਿ ਆਦਤਾਂ ਵਿੱਚ ਛੁਪੀ ਉਸ ਤਾਕਤ ਦਾ ਰਾਜ ਹੈ ਜੋ ਕਿਸਮਤ ਵੀ ਬਦਲ ਸਕਦੀ ਹੈ। ਇਸ ਕਹਾਣੀ ਨੂੰ ਪੂਰਾ ਸੁਣਨ ਤੋਂ ਬਾਅਦ ਤੁਹਾਡੇ ਜੀਵਨ ਵਿੱਚ ਐਸੀ ਊਰਜਾ ਭਰ ਜਾਵੇਗੀ ਕਿ ਕੋਈ ਵੀ ਮੁਸ਼ਕਲ ਤੁਹਾਨੂੰ ਰੋਕ ਨਹੀਂ ਸਕੇਗੀ। ਤੁਹਾਡੇ ਲਈ ਕਾਮਯਾਬੀ ਦੇ ਦਰਵਾਜ਼ੇ ਆਪਣੇ ਆਪ ਖੁੱਲਣ ਲੱਗ ਪੈਣਗੇ। ਤੁਹਾਡੇ ਦਿਲ ਨੂੰ ਐਸਾ ਸਕੂਨ ਮਿਲੇਗਾ ਜਿਵੇਂ ਹੋਰ ਕਿਤੇ ਨਹੀਂ ਮਿਲਦਾ। ਨਮਸਕਾਰ ਪਿਆਰੇ ਦਰਸ਼ਕੋ, ਅੱਜ ਅਸੀਂ ਗੱਲ ਕਰਾਂਗੇ ਸਵੇਰ ਦੀਆਂ ਉਹ 5 ਚਮਤਕਾਰੀ ਆਦਤਾਂ ਬਾਰੇ ਜੋ ਤੁਹਾਡੀ ਕਿਸਮਤ ਬਦਲ ਸਕਦੀਆਂ ਹਨ। ਬਹੁਤ ਸਾਰੇ ਲੋਕ ਆਪਣੀ ਜ਼ਿੰਦਗੀ ਵਿੱਚ ਦਿਨ ਰਾਤ ਮਿਹਨਤ ਕਰਦੇ ਹਨ, ਫਿਰ ਵੀ ਘਰ ਵਿੱਚ ਹਮੇਸ਼ਾ ਪੈਸਿਆਂ ਦੀ ਤੰਗੀ ਰਹਿੰਦੀ ਹੈ। ਉਹ ਕੋਸ਼ਿਸ਼ ਤਾਂ ਬਹੁਤ ਕਰਦੇ ਹਨ, ਪਰ ਕਾਮਯਾਬੀ ਉਹਨਾਂ ਤੋਂ ਕੋਸਾਂ ਦੂਰ ਰਹਿੰਦੀ ਹੈ। ਆਖਿਰ ਐਸਾ ਕਿਉਂ ਹੁੰਦਾ ਹੈ? ਕਿਉਂ ਕੁਝ ਲੋਕ ਘੱਟ ਮਿਹਨਤ ਵਿੱਚ ਵੀ ਸਭ ਕੁਝ ਹਾਸਲ ਕਰ ਲੈਂਦੇ ਹਨ ਅਤੇ ਕਿਉਂ ਕੁਝ ਲੋਕ ਸਭ ਕੁਝ ਲਗਾ ਕੇ ਵੀ ਖਾਲੀ ਹੱਥ ਰਹਿ ਜਾਂਦੇ ਹਨ? ਇਸ ਦਾ ਜਵਾਬ ਸਾਡੀ ਅੱਜ ਦੀ ਇਸ ਪ੍ਰੇਰਣਾਦਾਇਕ ਕਹਾਣੀ ਵਿੱਚ ਛੁਪਿਆ ਹੈ, ਜਿਸ ਵਿੱਚ ਇੱਕ ਉੱਲੂ ਮਨੁੱਖ ਨੂੰ ਉਸਦੇ ਕਰਮ ਅਤੇ ਆਦਤਾਂ ਦਾ ਗਹਿਰਾ ਰਾਜ ਸਮਝਾਉਂਦਾ ਹੈ। ਇਹ ਕਹਾਣੀ ਹੈ ਰਾਮਗੰਜ ਦੇ ਉਸ ਨੌਜਵਾਨ ਦੀ ਜੋ ਆਪਣੀ ਕਿਸਮਤ ਨੂੰ ਕੋਸਦਾ ਸੀ, ਜੋ ਹਾਰ ਮੰਨ ਚੁੱਕਾ ਸੀ, ਪਰ ਕਿਵੇਂ ਇੱਕ ਰਾਤ ਜੰਗਲ ਵਿੱਚ ਇੱਕ ਉੱਲੂ ਨਾਲ ਹੋਈ ਮੁਲਾਕਾਤ ਨੇ ਉਸਦੀ ਪੂਰੀ ਜ਼ਿੰਦਗੀ ਬਦਲ ਦਿੱਤੀ। ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਕਿ ਅਧੂਰਾ ਗਿਆਨ ਖਤਰਨਾਕ ਹੁੰਦਾ ਹੈ, ਇਸ ਲਈ ਇਸ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣਨਾ ਤਾਂ ਜੋ ਤੁਹਾਡੇ ਮਨ ਵਿੱਚ ਕੋਈ ਸੰਦੇਹ ਨਾ ਰਹੇ। ਜੇ ਤੁਹਾਨੂੰ ਸਾਡੀ ਇਹ ਕੋਸ਼ਿਸ਼ ਚੰਗੀ ਲੱਗੇ ਤਾਂ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਨਾ। ਚਲੋ ਹੁਣ ਇਹ ਪ੍ਰੇਰਣਾਦਾਇਕ ਕਹਾਣੀ ਸ਼ੁਰੂ ਕਰਦੇ ਹਾਂ। ਰਾਮਗੰਜ ਨਾਮ ਦਾ ਇੱਕ ਪਿੰਡ ਸੀ ਜੋ ਪ੍ਰਕਿਰਤੀ ਦੀ ਗੋਦ ਵਿੱਚ ਵਸਿਆ ਹੋਇਆ ਸੀ। ਚਾਰਾਂ ਪਾਸੇ ਹਰੇ ਭਰੇ ਖੇਤ, ਅੰਬ ਅਤੇ ਜਾਮੁਨ ਦੇ ਬਾਗ ਅਤੇ ਨੇੜੇ ਹੀ ਇੱਕ ਘਣਾ ਜੰਗਲ ਸੀ ਜਿੱਥੇ ਕਈ ਕਿਸਮ ਦੇ ਪਸ਼ੂ ਪੰਛੀ ਰਹਿੰਦੇ ਸਨ। ਪਿੰਡ ਦੇ ਲੋਕ ਸਿੱਧੇ ਸਾਦੇ ਅਤੇ ਮਿਹਨਤੀ ਸਨ। ਉਹ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਜਾਗਦੇ ਅਤੇ ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਘਰ ਵਾਪਸ ਆ ਜਾਂਦੇ। ਉਹਨਾਂ ਦੀ ਜ਼ਿੰਦਗੀ ਵਿੱਚ ਜ਼ਿਆਦਾ ਭਾਗਦੌੜ ਨਹੀਂ ਸੀ, ਪਰ ਸਕੂਨ ਸੀ। ਉਸੇ ਰਾਮਗੰਜ ਪਿੰਡ ਵਿੱਚ ਅਰਜੁਨ ਨਾਮ ਦਾ ਇੱਕ ਨੌਜਵਾਨ ਰਹਿੰਦਾ ਸੀ। ਅਰਜੁਨ ਦੀ ਉਮਰ ਲਗਭਗ 22-23 ਸਾਲ ਦੀ ਸੀ। ਉਹ ਸੁਭਾਅ ਤੋਂ ਬਹੁਤ ਹੀ ਸਿੱਧਾ, ਇਮਾਨਦਾਰ ਅਤੇ ਮਿਹਨਤੀ ਸੀ। ਉਸਦੇ ਮਨ ਵਿੱਚ ਕਿਸੇ ਲਈ ਕੋਈ ਠੱਗੀ ਜਾਂ ਚਾਲਾਕੀ ਨਹੀਂ ਸੀ, ਪਰ ਸ਼ਾਇਦ ਉਸਦੀ ਇਹੀ ਸਾਫ਼ਦਿਲੀ ਦੁਨੀਆ ਦੀ ਨਜ਼ਰ ਵਿੱਚ ਉਸਦੀ ਸਭ ਤੋਂ ਵੱਡੀ ਕਮਜ਼ੋਰੀ ਸੀ। ਅਰਜੁਨ ਦੇ ਨਾਲ ਇੱਕ ਅਜੀਬ ਗੱਲ ਸੀ। ਉਹ ਜਿਸ ਵੀ ਕੰਮ ਵਿੱਚ ਹੱਥ ਪਾਉਂਦਾ, ਉਹ ਕੰਮ ਵਿਗੜ ਜਾਂਦਾ। ਇਹ ਨਹੀਂ ਕਿ ਉਹ ਕੋਸ਼ਿਸ਼ ਨਹੀਂ ਕਰਦਾ ਸੀ, ਉਹ ਆਪਣੀ ਪੂਰੀ ਜਾਨ ਲਗਾ ਦਿੰਦਾ ਸੀ, ਪਰ ਨਤੀਜਾ ਹਮੇਸ਼ਾ ਅਸਫਲਤਾ ਹੀ ਹੁੰਦਾ ਸੀ। ਉਸਦੇ ਪਿਤਾ ਹਰੀਰਾਮ ਕਦੇ ਪਿੰਡ ਦੇ ਮਸ਼ਹੂਰ ਕਿਸਾਨ ਰਹੇ ਸਨ। ਉਹਨਾਂ ਦੇ ਖੇਤ ਸੋਨਾ ਉਗਲਦੇ ਸਨ, ਪਰ ਹੁਣ ਉਹ ਬੁੱਢੇ ਹੋ ਚੁੱਕੇ ਸਨ। ਸਰੀਰ ਵਿੱਚ ਪਹਿਲੇ ਵਰਗੀ ਤਾਕਤ ਨਹੀਂ ਰਹੀ ਸੀ। ਅਰਜੁਨ ਦੀ ਮਾਂ ਸਾਵਿਤਰੀ ਬਹੁਤ ਹੀ ਧਾਰਮਿਕ ਅਤੇ ਸੰਤੋਖੀ ਇਸਤਰੀ ਸੀ। ਉਹ ਦਿਨ ਰਾਤ ਭਗਵਾਨ ਦੀ ਭਗਤੀ ਕਰਦੀ ਰਹਿੰਦੀ ਅਤੇ ਆਪਣੇ ਪੁੱਤ ਦੀ ਖੁਸ਼ਹਾਲੀ ਲਈ ਅਰਦਾਸਾਂ ਕਰਦੀ। ਹੁਣ ਘਰ ਦੀ ਸਾਰੀ ਜ਼ਿੰਮੇਵਾਰੀ ਅਰਜੁਨ ਦੇ ਮੋਢਿਆਂ ਉੱਤੇ ਸੀ। ਉਹ ਆਪਣੇ ਬੁੱਢੇ ਮਾਪਿਆਂ ਨੂੰ ਹਰ ਸੁੱਖ ਦੇਣਾ ਚਾਹੁੰਦਾ ਸੀ, ਪਰ ਕਿਸਮਤ ਉਸ ਦਾ ਸਾਥ ਨਹੀਂ ਦੇ ਰਹੀ ਸੀ। 2 ਸਾਲ ਪਹਿਲਾਂ ਅਰਜੁਨ ਨੇ ਆਪਣੇ ਪਿਤਾ ਦੇ ਖੇਤਾਂ ਵਿੱਚ ਕੰਮ ਸ਼ੁਰੂ ਕੀਤਾ। ਉਸਨੇ ਦਿਨ ਰਾਤ ਮਿਹਨਤ ਕਰਕੇ ਜ਼ਮੀਨ ਤਿਆਰ ਕੀਤੀ, ਬੀਜ ਬੀਜੇ ਅਤੇ ਫਸਲ ਦੀ ਸੰਭਾਲ ਕੀਤੀ। ਫਸਲ ਬਹੁਤ ਵਧੀਆ ਹੋਈ। ਚਾਰੋਂ ਪਾਸੇ ਉਸ ਦੀ ਮਿਹਨਤ ਦੀ ਤਾਰੀਫ ਹੋਣ ਲੱਗੀ। ਪਰਿਵਾਰ ਨੂੰ ਲੱਗਾ ਕਿ ਹੁਣ ਉਹਨਾਂ ਦੇ ਮਾੜੇ ਦਿਨ ਮੁੱਕ ਜਾਣਗੇ, ਪਰ ਜਿਵੇਂ ਹੀ ਫਸਲ ਕੱਟਣ ਲਈ ਤਿਆਰ ਹੋਈ, ਆਸਮਾਨ ਵਿੱਚ ਕਾਲੇ ਬੱਦਲ ਛਾ ਗਏ। 3 ਦਿਨ ਲਗਾਤਾਰ ਮੂਸਲਾਧਾਰ ਮੀਂਹ ਵਰਦਾ ਰਿਹਾ। ਦਰਿਆ ਵਿੱਚ ਬਾੜ ਆ ਗਈ। ਅਰਜੁਨ ਦੀ ਸਾਰੀ ਪੱਕੀ ਹੋਈ ਫਸਲ ਪਾਣੀ ਵਿੱਚ ਡੁੱਬ ਕੇ ਸੜ ਗਈ। ਜੋ ਥੋੜਾ ਬਹੁਤ ਕਰਜ਼ ਸੀ, ਉਹ ਵੀ ਵੱਧ ਗਿਆ। ਨੁਕਸਾਨ ਤੋਂ ਬਚਣ ਲਈ ਅਰਜੁਨ ਨੇ ਪਿੰਡ ਦੇ ਇੱਕ ਵਪਾਰੀ ਤੋਂ ਪੈਸੇ ਉਧਾਰ ਲਏ ਅਤੇ ਬਾਜ਼ਾਰ ਵਿੱਚ ਖਾਦ ਬੀਜ ਦੀ ਇੱਕ ਛੋਟੀ ਦੁਕਾਨ ਖੋਲ੍ਹੀ। ਉਹ ਸਵੇਰੇ ਤੋਂ ਰਾਤ ਤੱਕ ਦੁਕਾਨ ਤੇ ਬੈਠਦਾ, ਹਰ ਗਾਹਕ ਨਾਲ ਪਿਆਰ ਨਾਲ ਗੱਲ ਕਰਦਾ, ਪਰ ਉਸ ਨੂੰ ਦੁਨੀਆਦਾਰੀ ਦੀ ਸਮਝ ਨਹੀਂ ਸੀ। ਲੋਕ ਉਧਾਰ ਤੇ ਸਮਾਨ ਲੈ ਜਾਂਦੇ ਅਤੇ ਪੈਸੇ ਦੇਣ ਵਿੱਚ ਟਾਲ-ਮਟੋਲ ਕਰਦੇ। ਕੁਝ ਮਹੀਨਿਆਂ ਵਿੱਚ ਹੀ ਉਸ ਦਾ ਸਾਰਾ ਪੈਸਾ ਬਾਜ਼ਾਰ ਵਿੱਚ ਫਸ ਗਿਆ। ਅਖੀਰ ਉਸ ਨੂੰ ਦੁਕਾਨ ਬੰਦ ਕਰਨੀ ਪਈ। ਅਰਜੁਨ ਅੰਦਰੋਂ ਟੁੱਟ ਚੁੱਕਾ ਸੀ, ਪਰ ਉਸਨੇ ਹਿੰਮਤ ਨਹੀਂ ਹਾਰੀ। ਉਸਨੇ ਸੋਚਿਆ ਕਿ ਸ਼ਾਇਦ ਪਿੰਡ ਵਿੱਚ ਉਸਦੀ ਕਿਸਮਤ ਨਹੀਂ, ਉਹ ਸ਼ਹਿਰ ਜਾ ਕੇ ਕੰਮ ਲੱਭੇਗਾ। ਉਹ ਇੱਕ ਦੂਰ ਦੇ ਰਿਸ਼ਤੇਦਾਰ ਦੇ ਭਰੋਸੇ ਸ਼ਹਿਰ ਚਲਾ ਗਿਆ। ਉਸਨੇ ਇੱਕ ਕੱਪੜੇ ਦੀ ਫੈਕਟਰੀ ਵਿੱਚ ਕੰਮ ਲੈ ਲਿਆ। ਉੱਥੇ ਵੀ ਉਹ ਪੂਰੀ ਲਗਨ ਨਾਲ ਕੰਮ ਕਰਦਾ, ਦੂਜਿਆਂ ਤੋਂ ਵੱਧ ਮਿਹਨਤ ਕਰਦਾ ਤਾਂ ਜੋ ਮਾਲਕ ਦੀ ਨਜ਼ਰ ਵਿੱਚ ਆ ਸਕੇ। ਪਰ ਉੱਥੇ ਵੀ ਉਸ ਨਾਲ ਧੋਖਾ ਹੋਇਆ। ਇੱਕ ਦਿਨ ਮੈਨੇਜਰ ਨੇ ਉਸ ਤੇ ਚੋਰੀ ਦਾ ਝੂਠਾ ਦੋਸ਼ ਲਗਾ ਦਿੱਤਾ ਅਤੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ। ਅਰਜੁਨ ਬਹੁਤ ਸਮਝਾਉਂਦਾ ਰਿਹਾ ਕਿ ਉਹ ਬੇਕਸੂਰ ਹੈ, ਪਰ ਕਿਸੇ ਨੇ ਉਸ ਦੀ ਇੱਕ ਨਾ ਸੁਣੀ। ਅਪਮਾਨ ਅਤੇ ਨਿਰਾਸ਼ਾ ਦਾ ਭਾਰ ਲੈ ਕੇ ਜਦੋਂ ਉਹ ਵਾਪਸ ਰਾਮਗੰਜ ਆਇਆ, ਉਸ ਦੀ ਹਾਲਤ ਦੇਖਣ ਵਾਲੀ ਸੀ। ਚਿਹਰੇ ਦੀ ਚਮਕ ਗਾਇਬ ਹੋ ਚੁੱਕੀ ਸੀ। ਅੱਖਾਂ ਅੰਦਰ ਧਸ ਗਈਆਂ ਸਨ, ਕੰਧੇ ਝੁਕ ਚੁੱਕੇ ਸਨ। ਪਿੰਡ ਵਿੱਚ ਖਬਰ ਅੱਗ ਵਾਂਗ ਫੈਲ ਗਈ। ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਨ ਲੱਗੇ।
ਕੋਈ ਕਹਿੰਦਾ ਹਰੀਰਾਮ ਦਾ ਮੁੰਡਾ ਨਿਕੰਮਾ ਨਿਕਲਿਆ, ਕੋਈ ਕਹਿੰਦਾ ਚਿਹਰੇ ਤੋਂ ਹੀ ਚੋਰ ਲੱਗਦਾ ਹੈ। ਜੋ ਲੋਕ ਕੱਲ ਤੱਕ ਉਸਦੇ ਪਿਤਾ ਦਾ ਆਦਰ ਕਰਦੇ ਸਨ, ਹੁਣ ਕਤਰਾ ਕੇ ਲੰਘਣ ਲੱਗ ਪਏ। ਅਰਜੁਨ ਲਈ ਸਭ ਤੋਂ ਵੱਡਾ ਦੁੱਖ ਆਪਣੇ ਮਾਪਿਆਂ ਦਾ ਮੁਰਝਾਇਆ ਚਿਹਰਾ ਦੇਖਣਾ ਸੀ। ਉਹ ਕੁਝ ਨਹੀਂ ਕਹਿੰਦੇ ਸਨ, ਪਰ ਉਹਨਾਂ ਦੀ ਖਾਮੋਸ਼ੀ ਉਸਦਾ ਦਿਲ ਚੀਰ ਦਿੰਦੀ ਸੀ। ਘਰ ਵਿੱਚ ਗਰੀਬੀ ਨੇ ਡੇਰਾ ਲਾ ਲਿਆ ਸੀ। ਕਈ ਦਿਨ ਚੁੱਲ੍ਹਾ ਜਲਾਉਣਾ ਵੀ ਔਖਾ ਹੋ ਜਾਂਦਾ। ਅਰਜੁਨ ਹੁਣ ਪਿੰਡ ਵਿੱਚ ਮਜ਼ਦੂਰੀ ਕਰਨ ਲੱਗ ਪਿਆ। ਜੋ ਵੀ ਕੰਮ ਮਿਲਦਾ ਕਰ ਲੈਂਦਾ, ਪਰ ਦਿਨ ਭਰ ਦੀ ਮਿਹਨਤ ਤੋਂ ਬਾਅਦ ਵੀ ਘਰ ਦਾ ਖਰਚ ਠੀਕ ਨਾਲ ਨਹੀਂ ਚੱਲਦਾ ਸੀ। ਇੱਕ ਸ਼ਾਮ ਪਿੰਡ ਦੇ ਸਭ ਤੋਂ ਅਮੀਰ ਸੇਠ ਧਰਮਪਾਲ ਨੇ ਆਪਣੇ ਪੁੱਤ ਰੋਹਨ ਦੀ ਸ਼ਾਦੀ ਦੀ ਖੁਸ਼ੀ ਵਿੱਚ ਵੱਡਾ ਭੋਜ ਰੱਖਿਆ। ਸਾਰਾ ਪਿੰਡ ਸੱਦਾ ਸੀ। ਸੇਠ ਧਰਮਪਾਲ ਦਾ ਘਰ ਰੌਸ਼ਨੀ ਨਾਲ ਚਮਕ ਰਿਹਾ ਸੀ। ਹਰ ਪਾਸੇ ਰੰਗ-ਬਿਰੰਗੀ ਲਾਈਟਾਂ, ਮਿੱਠਿਆਂ ਦੀ ਖੁਸ਼ਬੂ ਅਤੇ ਖੁਸ਼ੀ ਦਾ ਮਾਹੌਲ ਸੀ। ਲੋਕ ਸੋਹਣੇ ਕੱਪੜਿਆਂ ਵਿੱਚ ਹੱਸ ਰਹੇ ਸਨ, ਗੱਲਾਂ ਕਰ ਰਹੇ ਸਨ। ਅਰਜੁਨ ਦੇ ਮਾਪਿਆਂ ਨੇ ਵੀ ਉਸ ਨੂੰ ਨਾਲ ਚੱਲਣ ਲਈ ਕਿਹਾ। ਪਹਿਲਾਂ ਉਸਨੇ ਮਨਾ ਕਰ ਦਿੱਤਾ, ਪਰ ਮਾਂ ਦੇ ਬਾਰ-ਬਾਰ ਕਹਿਣ ਤੇ ਉਹ ਉਹਨਾਂ ਨਾਲ ਚੱਲ ਪਿਆ। ਜਦੋਂ ਉਹ ਭੋਜ ਤੇ ਪਹੁੰਚਿਆ, ਉੱਥੇ ਦਾ ਦ੍ਰਿਸ਼ ਦੇਖ ਕੇ ਉਸਦਾ ਦਿਲ ਹੋਰ ਵੀ ਪਾਰਾ ਹੋ ਗਿਆ। ਹਰ ਕੋਈ ਨਵੇਂ ਤੇ ਸੋਹਣੇ ਕੱਪੜਿਆਂ ਵਿੱਚ ਸੀ, ਤੇ ਇੱਕ ਉਹ ਸੀ ਜਿਸ ਦੇ ਕੱਪੜੇ ਪੁਰਾਣੇ ਅਤੇ ਮੈਲੇ ਸਨ। ਚਿਹਰੇ ਤੇ ਨਿਰਾਸ਼ਾ ਅਤੇ ਥਕਾਵਟ ਸਾਫ਼ ਦਿਸ ਰਹੀ ਸੀ। ਉਹ ਸਭ ਤੋਂ ਨਜ਼ਰਾਂ ਬਚਾਉਂਦਾ ਇੱਕ ਕੋਨੇ ਵਿੱਚ ਜਾ ਖੜਾ ਹੋ ਗਿਆ। ਉਸੇ ਵੇਲੇ ਸੇਠ ਦਾ ਪੁੱਤਰ ਰੋਹਨ ਆਪਣੇ ਦੋਸਤਾਂ ਨਾਲ ਉੱਥੇ ਆਇਆ। ਰੋਹਨ ਅਤੇ ਅਰਜੁਨ ਬਚਪਨ ਵਿੱਚ ਇਕੱਠੇ ਖੇਡਦੇ ਸਨ, ਪਰ ਹੁਣ ਦੋਹਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ। ਰੋਹਨ ਨੇ ਅਰਜੁਨ ਨੂੰ ਵੇਖਿਆ। ਉਸਦੇ ਚਿਹਰੇ ਤੇ ਤਾਣੇ ਭਰੀ ਮੁਸਕਾਨ ਆ ਗਈ। ਉਹ ਆਪਣੇ ਦੋਸਤਾਂ ਨਾਲ ਅਰਜੁਨ ਕੋਲ ਆਇਆ ਅਤੇ ਕਿਹਾ, "ਉਹ ਅਰਜੁਨ, ਤੂੰ ਇੱਥੇ? ਮੈਨੂੰ ਤਾਂ ਲੱਗਿਆ ਸੀ ਤੇਰੇ ਵਰਗੇ ਲੋਕ ਐਸੀਆਂ ਵੱਡੀਆਂ ਥਾਵਾਂ ਤੇ ਨਹੀਂ ਆਉਂਦੇ।" ਉਸਦੇ ਦੋਸਤ ਜ਼ੋਰ-ਜ਼ੋਰ ਨਾਲ ਹੱਸਣ ਲੱਗੇ। ਅਰਜੁਨ ਚੁੱਪਚਾਪ ਸਿਰ ਝੁਕਾਏ ਖੜਾ ਰਿਹਾ। ਰੋਹਨ ਨੇ ਫੇਰ ਤਾਣਾ ਮਾਰਿਆ, "ਸੁਣਿਆ ਹੈ ਸ਼ਹਿਰ ਤੋਂ ਵੱਡਾ ਹੱਥ ਮਾਰ ਕੇ ਆਏ ਹੋ। ਕੁਝ ਹੁਨਰ ਸਾਨੂੰ ਵੀ ਸਿਖਾ ਦੇ। ਤੇਰੀ ਮਿਹਨਤ ਦੀ ਚਰਚਾ ਤਾਂ ਬਹੁਤ ਹੁੰਦੀ ਹੈ, ਪਰ ਤੇਰੀ ਜੇਬ ਹਮੇਸ਼ਾ ਖਾਲੀ ਹੀ ਰਹਿੰਦੀ ਹੈ। ਐਸੀ ਵੀ ਕੀ ਮਿਹਨਤ ਜੋ 2 ਵਕਤ ਦੀ ਰੋਟੀ ਵੀ ਨਾ ਦੇ ਸਕੇ?" ਇਹ ਸੁਣ ਕੇ ਸਭ ਠਹਾਕੇ ਲਗਾਉਣ ਲੱਗੇ। ਇਹ ਅਪਮਾਨ ਅਰਜੁਨ ਲਈ ਅਸਹਿਨੀय ਸੀ। ਉਸਦੀ ਅੱਖਾਂ ਵਿੱਚ ਹੰਝੂ ਆ ਗਏ। ਉਸ ਨੂੰ ਲੱਗਿਆ ਜਿਵੇਂ ਕਿਸੇ ਨੇ ਉਸਦੇ ਦਿਲ ਵਿੱਚ ਤਪਦਾ ਲੋਹਾ ਘੁਸਾ ਦਿੱਤਾ ਹੋਵੇ। ਉਹ ਇੱਕ ਸ਼ਬਦ ਵੀ ਨਾ ਬੋਲ ਸਕਿਆ। ਉਹ ਉਸ ਭਰੀ ਮਹਿਫਿਲ ਤੋਂ ਦੂਰ ਭੱਜ ਜਾਣਾ ਚਾਹੁੰਦਾ ਸੀ। ਉਹ ਚੁੱਪਚਾਪ ਉੱਥੋਂ ਮੁੜਿਆ ਅਤੇ ਤੇਜ਼ ਕਦਮਾਂ ਨਾਲ ਬਾਹਰ ਨਿਕਲ ਗਿਆ। ਉਹ ਘਰ ਨਹੀਂ ਗਿਆ। ਉਸਦਾ ਮਨ ਗੁੱਸੇ ਅਤੇ ਦਰਦ ਨਾਲ ਭਰਿਆ ਹੋਇਆ ਸੀ। ਉਹ ਬਿਨਾਂ ਕਿਸੇ ਦਿਸ਼ਾ ਦੇ ਤੁਰਦਾ ਗਿਆ, ਪਿੰਡ ਤੋਂ ਦੂਰ, ਲੋਕਾਂ ਤੋਂ ਦੂਰ। ਤੁਰਦਾ-ਤੁਰਦਾ ਉਹ ਪਿੰਡ ਦੇ ਬਾਹਰਲੇ ਘਣੇ ਜੰਗਲ ਵਿੱਚ ਪਹੁੰਚ ਗਿਆ। ਰਾਤ ਹੋ ਚੁੱਕੀ ਸੀ। ਘਣਾ ਹਨੇਰਾ ਸੀ। ਝਿੰਗਰਾਂ ਅਤੇ ਰਾਤ ਦੇ ਕੀੜਿਆਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਜੰਗਲ ਡਰਾਵਣਾ ਸੀ, ਪਰ ਅਰਜੁਨ ਨੂੰ ਕਿਸੇ ਗੱਲ ਦਾ ਡਰ ਨਹੀਂ ਸੀ। ਉਸ ਨੂੰ ਲੱਗਦਾ ਸੀ ਜੰਗਲੀ ਜਾਨਵਰਾਂ ਤੋਂ ਵੱਧ ਖਤਰਨਾਕ ਤਾਂ ਇਨਸਾਨ ਹੁੰਦੇ ਹਨ। ਉਹ ਥੱਕ ਕੇ ਇੱਕ ਬਹੁਤ ਪੁਰਾਣੇ ਅਤੇ ਵਿਸ਼ਾਲ ਬਰਗਦ ਦੇ ਰੁੱਖ ਹੇਠਾਂ ਡਿੱਗ ਪਿਆ। ਅੱਜ ਉਸਦਾ ਸਬਰ ਟੁੱਟ ਚੁੱਕਾ ਸੀ। ਉਹ ਉੱਥੇ ਬੈਠ ਕੇ ਫੁੱਟ-ਫੁੱਟ ਕੇ ਰੋਣ ਲੱਗਾ। ਉਹ ਆਪਣੀ ਛਾਤੀ ਪੀਟਦਾ ਅਤੇ ਚੀਕਦਾ, "ਕਿਉਂ ਮੇਰੇ ਨਾਲ ਹੀ ਐਸਾ ਹੁੰਦਾ ਹੈ? ਮੈਂ ਕਿਸ ਦਾ ਕੀ ਵਿਗਾੜਿਆ ਹੈ? ਹੇ ਭਗਵਾਨ, ਜੇ ਤੂੰ ਸੱਚਮੁੱਚ ਹੈ ਤਾਂ ਮੇਰਾ ਦੁੱਖ ਤੈਨੂੰ ਕਿਉਂ ਨਹੀਂ ਦਿਸਦਾ? ਮੈਨੂੰ ਇੰਨਾ ਬਦਨਸੀਬ ਕਿਉਂ ਬਣਾਇਆ? ਇਸ ਤੋਂ ਚੰਗਾ ਸੀ ਮੈਨੂੰ ਇਸ ਦੁਨੀਆ ਵਿੱਚ ਭੇਜਦਾ ਹੀ ਨਾ।" ਉਹ ਬਹੁਤ ਦੇਰ ਤੱਕ ਰੋਂਦਾ ਰਿਹਾ। ਜਦੋਂ ਹੰਝੂ ਸੁੱਕ ਗਏ ਅਤੇ ਆਵਾਜ਼ ਬੈਠ ਗਈ ਤਾਂ ਉਹ ਰੁੱਖ ਨਾਲ ਟਿਕ ਕੇ ਬੈਠ ਗਿਆ। ਹੁਣ ਉਸਦੇ ਮਨ ਵਿੱਚ ਇੱਕ ਹੀ ਖਿਆਲ ਸੀ, ਆਤਮ ਹੱਤਿਆ। ਉਸਨੇ ਸੋਚਿਆ, ਐਸੀ ਜ਼ਿੰਦਗੀ ਜੀਣ ਦਾ ਕੀ ਫਾਇਦਾ? ਮੇਰੇ ਮਰਨ ਨਾਲ ਸ਼ਾਇਦ ਮਾਪਿਆਂ ਦਾ ਬੋਝ ਘਟ ਜਾਵੇ। ਉਹ ਉੱਠ ਕੇ ਨੇੜੇ ਦਰਿਆ ਵੱਲ ਜਾਣ ਹੀ ਲੱਗਾ ਸੀ ਕਿ ਅਚਾਨਕ ਇੱਕ ਸ਼ਾਂਤ, ਗਹਿਰੀ ਅਤੇ ਗੰਭੀਰ ਆਵਾਜ਼ ਸੁਣਾਈ ਦਿੱਤੀ, ਆਤਮ ਹੱਤਿਆ ਕਾਇਰਾਂ ਦਾ ਰਾਹ ਹੈ, ਵੀਰਾਂ ਦਾ ਨਹੀਂ। ਅਰਜੁਨ ਡਰ ਕੇ ਰੁਕ ਗਿਆ। ਉਸਨੇ ਇੱਧਰ-ਉੱਧਰ ਵੇਖਿਆ। ਦੂਰ-ਦੂਰ ਤੱਕ ਕੋਈ ਨਹੀਂ ਸੀ। ਉਹ ਅੱਗੇ ਵਧਣ ਲੱਗਾ। ਫਿਰ ਆਵਾਜ਼ ਆਈ, ਸਮੱਸਿਆ ਤੋਂ ਭੱਜਣਾ ਹੱਲ ਨਹੀਂ। ਸਮੱਸਿਆ ਦੀਆਂ ਅੱਖਾਂ ਵਿੱਚ ਅੱਖ ਪਾ ਕੇ ਉਸਦਾ ਸਾਹਮਣਾ ਕਰਨਾ ਹੀ ਅਸਲੀ ਜਿੱਤ ਹੈ। ਇਸ ਵਾਰ ਅਰਜੁਨ ਰੁਕ ਗਿਆ। ਆਵਾਜ਼ ਰੁੱਖ ਦੇ ਉੱਪਰੋਂ ਆ ਰਹੀ ਸੀ। ਉਸਨੇ ਹੌਲੇ ਨਾਲ ਉੱਪਰ ਵੇਖਿਆ। ਰੁੱਖ ਦੀ ਇੱਕ ਮੋਟੀ ਡਾਲੀ ਤੇ ਇੱਕ ਵੱਡਾ ਉੱਲੂ ਬੈਠਾ ਸੀ। ਉਸਦੀਆਂ ਵੱਡੀਆਂ ਸੁਨਹਿਰੀਆਂ ਅੱਖਾਂ ਜੰਗਲ ਵਿੱਚ ਚਮਕ ਰਹੀਆਂ ਸਨ। ਉੱਲੂ ਸਿੱਧਾ ਅਰਜੁਨ ਵੱਲ ਦੇਖ ਰਿਹਾ ਸੀ। ਅਰਜੁਨ ਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਇੱਕ ਉੱਲੂ ਬੋਲ ਰਿਹਾ ਸੀ। ਉਸਨੇ ਜ਼ਿੰਦਗੀ ਵਿੱਚ ਕਦੇ ਐਸਾ ਨਾ ਦੇਖਿਆ, ਨਾ ਸੁਣਿਆ ਸੀ। ਉਸ ਨੂੰ ਲੱਗਿਆ ਸ਼ਾਇਦ ਉਹ ਸੁਪਨਾ ਦੇਖ ਰਿਹਾ ਹੈ ਜਾਂ ਦੁੱਖ ਦੇ ਮਾਰੇ ਉਸਦਾ ਦਿਮਾਗ ਖਰਾਬ ਹੋ ਗਿਆ ਹੈ। ਉਹ ਕੁਝ ਕਹਿੰਦਾ, ਇਸ ਤੋਂ ਪਹਿਲਾਂ ਹੀ ਉੱਲੂ ਫੇਰ ਬੋਲਿਆ, ਤੂੰ ਹੈਰਾਨ ਹੈ, ਮੈਂ ਜਾਣਦਾ ਹਾਂ, ਪਰ ਇਸ ਦੁਨੀਆ ਵਿੱਚ ਬਹੁਤ ਕੁਝ ਐਸਾ ਹੈ ਜੋ ਤੇਰੀ ਛੋਟੀ ਸਮਝ ਤੋਂ ਪਰੇ ਹੈ। ਤੂੰ ਆਪਣੀ ਕਿਸਮਤ ਨੂੰ ਕੋਸ ਰਿਹਾ ਹੈ, ਆਪਣੇ ਭਗਵਾਨ ਨੂੰ ਦੋਸ਼ ਦੇ ਰਿਹਾ ਹੈ, ਪਰ ਕੀ ਤੂੰ ਕਦੇ ਇੱਕ ਪਲ ਲਈ ਰੁਕ ਕੇ ਆਪਣੇ ਆਪ ਨੂੰ ਦੋਸ਼ ਦਿੱਤਾ ਹੈ? ਅਰਜੁਨ ਦੇ ਮਨ ਵਿੱਚੋਂ ਡਰ ਹੌਲੀ-ਹੌਲੀ ਘੱਟ ਹੋਣ ਲੱਗਾ। ਉੱਲੂ ਦੀ ਆਵਾਜ਼ ਵਿੱਚ ਅਜਿਹਾ ਠਹਿਰਾਅ ਸੀ ਜੋ ਮਨ ਨੂੰ ਸ਼ਾਂਤ ਕਰ ਰਿਹਾ ਸੀ।
ਅਰਜੁਨ ਨੇ ਹੱਥ ਜੋੜ ਕੇ ਕੰਬਦੀ ਆਵਾਜ਼ ਵਿੱਚ ਪੁੱਛਿਆ, ਤੁਸੀਂ ਕੌਣ ਹੋ ਅਤੇ ਮੈਂ ਆਪਣੇ ਆਪ ਨੂੰ ਦੋਸ਼ ਕਿਉਂ ਦੇਵਾਂ? ਮੈਂ ਤਾਂ ਹਮੇਸ਼ਾ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕੀਤਾ ਹੈ। ਉੱਲੂ ਬੋਲਿਆ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤੂੰ ਮਿਹਨਤੀ ਅਤੇ ਇਮਾਨਦਾਰ ਹੈ। ਤੇਰੀ ਇਹੀ ਖੂਬੀ ਤੇਰੀ ਸਭ ਤੋਂ ਵੱਡੀ ਤਾਕਤ ਹੈ। ਪਰ ਸਿਰਫ ਮਿਹਨਤ ਕਰਨਾ ਕਾਫੀ ਨਹੀਂ ਹੁੰਦਾ। ਮਿਹਨਤ ਸਹੀ ਦਿਸ਼ਾ ਅਤੇ ਸਹੀ ਤਰੀਕੇ ਨਾਲ ਹੋਣੀ ਚਾਹੀਦੀ ਹੈ। ਉਹ ਅੱਗੇ ਬੋਲਿਆ, ਤੂੰ ਉਸ ਮਲਾਹ ਵਾਂਗ ਹੈ ਜੋ ਤੂਫਾਨੀ ਸਮੁੰਦਰ ਵਿੱਚ ਆਪਣੀ ਕਿਸ਼ਤੀ ਨੂੰ ਬਚਾਉਣ ਲਈ ਪੂਰੀ ਤਾਕਤ ਨਾਲ ਚੱਪੂ ਚਲਾ ਰਿਹਾ ਹੈ, ਪਰ ਉਸ ਨੂੰ ਇਹ ਨਹੀਂ ਪਤਾ ਕਿ ਉਸ ਦੀ ਕਿਸ਼ਤੀ ਵਿੱਚ ਇੱਕ ਛੋਟਾ ਜਿਹਾ ਛੇਦ ਹੈ ਜੋ ਹੌਲੀ-ਹੌਲੀ ਉਸ ਨੂੰ ਡੁਬੋ ਰਿਹਾ ਹੈ। ਅਰਜੁਨ ਹੈਰਾਨ ਹੋ ਗਿਆ, ਮੇਰੀ ਕਿਸ਼ਤੀ ਵਿੱਚ ਛੇਦ? ਕਿਹੜਾ ਛੇਦ? ਮੈਂ ਕੁਝ ਨਹੀਂ ਸਮਝਿਆ। ਉੱਲੂ ਨੇ ਆਪਣੀਆਂ ਸੁਨਹਿਰੀਆਂ ਅੱਖਾਂ ਨਾਲ ਉਸ ਨੂੰ ਦੇਖਦਿਆਂ ਕਿਹਾ, ਤੇਰੀਆਂ ਆਦਤਾਂ, ਖਾਸ ਕਰਕੇ ਤੇਰੀਆਂ ਸਵੇਰ ਦੀਆਂ ਆਦਤਾਂ ਹੀ ਉਹ ਛੇਦ ਹਨ। ਤੂੰ ਸਵੇਰੇ ਉੱਠਦੇ ਹੀ ਆਪਣੀ ਗਰੀਬੀ, ਆਪਣੇ ਕਰਜ਼ ਅਤੇ ਆਪਣੀਆਂ ਅਸਫਲਤਾਵਾਂ ਬਾਰੇ ਸੋਚਣ ਲੱਗ ਪੈਂਦਾ ਹੈ। ਤੇਰਾ ਦਿਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਤੇਰਾ ਮਨ ਨਿਰਾਸ਼ਾ ਅਤੇ ਨਕਾਰਾਤਮਕਤਾ ਨਾਲ ਭਰ ਜਾਂਦਾ ਹੈ। ਜਦੋਂ ਤੂੰ ਇਸ ਭਾਰ ਨਾਲ ਦਿਨ ਦੀ ਸ਼ੁਰੂਆਤ ਕਰਦਾ ਹੈ ਤਾਂ ਨਤੀਜਾ ਵੀ ਉਹੋ ਜਿਹਾ ਹੀ ਹੁੰਦਾ ਹੈ। ਅਰਜੁਨ ਚੁੱਪ ਹੋ ਗਿਆ। ਉਸ ਨੂੰ ਉੱਲੂ ਦੀ ਗੱਲ ਵਿੱਚ ਸੱਚਾਈ ਨਜ਼ਰ ਆਈ। ਉਹ ਸੱਚਮੁੱਚ ਹਰ ਸਵੇਰ ਚਿੰਤਾ ਨਾਲ ਦਿਨ ਸ਼ੁਰੂ ਕਰਦਾ ਸੀ। ਉਸ ਨੇ ਬੇਨਤੀ ਕਰਦੇ ਹੋਏ ਕਿਹਾ, ਹੇ ਗਿਆਨੀ ਪੰਛੀ, ਤੁਸੀਂ ਸਹੀ ਕਹਿ ਰਹੇ ਹੋ, ਪਰ ਮੈਂ ਕੀ ਕਰਾਂ? ਮੈਂ ਇਹਨਾਂ ਵਿਚਾਰਾਂ ਤੋਂ ਪਿੱਛਾ ਨਹੀਂ ਛੁਡਾ ਸਕਦਾ। ਕਿਰਪਾ ਕਰਕੇ ਮੈਨੂੰ ਰਾਹ ਦਿਖਾਓ। ਉੱਲੂ ਬੋਲਿਆ, ਧੀਰਜ ਰੱਖ ਨੌਜਵਾਨ, ਹਰ ਰਾਤ ਦੇ ਬਾਅਦ ਸਵੇਰ ਹੁੰਦੀ ਹੈ। ਤੇਰੇ ਜੀਵਨ ਦਾ ਹਨੇਰਾ ਵੀ ਖਤਮ ਹੋਵੇਗਾ, ਪਰ ਇਸ ਲਈ ਤੈਨੂੰ ਆਪਣੇ ਆਪ ਨੂੰ ਬਦਲਣਾ ਪਵੇਗਾ। ਤੈਨੂੰ ਆਪਣੀਆਂ ਆਦਤਾਂ ਬਦਲਣੀਆਂ ਪੈਣਗੀਆਂ। ਉਸਨੇ ਕਿਹਾ, ਗਿਆਨ ਸਿਰਫ ਸ਼ਬਦਾਂ ਨਾਲ ਨਹੀਂ ਮਿਲਦਾ, ਅਨੁਭਵ ਨਾਲ ਮਿਲਦਾ ਹੈ। ਅੱਜ ਲਈ ਤੂੰ ਘਰ ਜਾ, ਬਿਨਾਂ ਕੁਝ ਸੋਚੇ ਸ਼ਾਂਤੀ ਨਾਲ ਸੋ ਜਾ। ਕੱਲ ਜਦੋਂ ਭੋਰ ਵੀ ਨਾ ਹੋਈ ਹੋਵੇ, ਜਦੋਂ ਆਕਾਸ਼ ਵਿੱਚ ਤਾਰੇ ਹੋਣ, ਉਸ ਬ੍ਰਹਮਾ ਮੁਹੂਰਤ ਵਿੱਚ ਤੂੰ ਇਸੇ ਰੁੱਖ ਹੇਠਾਂ ਮੇਰੇ ਕੋਲ ਆਣਾ। ਮੈਂ ਤੇਰਾ ਇੰਤਜ਼ਾਰ ਕਰਾਂਗਾ। ਇਹ ਕਹਿ ਕੇ ਉੱਲੂ ਨੇ ਆਪਣੇ ਪੰਖ ਫੜਫੜਾਏ ਅਤੇ ਹਨੇਰੇ ਵਿੱਚ ਗਾਇਬ ਹੋ ਗਿਆ। ਅਰਜੁਨ ਕੁਝ ਦੇਰ ਉੱਥੇ ਹੀ ਬੈਠਾ ਰਿਹਾ। ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਭ ਸੱਚ ਸੀ ਜਾਂ ਸੁਪਨਾ, ਪਰ ਉਸ ਦੇ ਦਿਲ ਵਿੱਚ ਇੱਕ ਛੋਟੀ ਜਿਹੀ ਉਮੀਦ ਜਗ ਚੁੱਕੀ ਸੀ। ਉਸ ਨੇ ਸੋਚਿਆ, ਜਦੋਂ ਮਰਨਾ ਹੀ ਹੈ ਤਾਂ ਇੱਕ ਵਾਰ ਇਸ ਉੱਲੂ ਦੀ ਗੱਲ ਮੰਨ ਕੇ ਦੇਖ ਲੈਂਦਾ ਹਾਂ। ਉਹ ਘਰ ਵਾਪਸ ਆ ਗਿਆ। ਉਸ ਰਾਤ ਉਸ ਨੂੰ ਸਾਲਾਂ ਬਾਅਦ ਐਸੀ ਗਹਿਰੀ ਨੀਂਦ ਆਈ ਜਿਵੇਂ ਬੱਚਾ ਮਾਂ ਦੀ ਗੋਦ ਵਿੱਚ ਸੌਂਦਾ ਹੈ। ਅਗਲੇ ਦਿਨ ਅਲਾਰਮ ਤੋਂ ਪਹਿਲਾਂ ਹੀ ਉਸ ਦੀ ਅੱਖ ਖੁੱਲ੍ਹ ਗਈ। ਬਾਹਰ ਅਜੇ ਵੀ ਹਨੇਰਾ ਸੀ। ਉਸ ਨੂੰ ਉੱਲੂ ਦੀ ਗੱਲ ਯਾਦ ਆਈ। ਉਹ ਚੁੱਪਚਾਪ ਉੱਠਿਆ ਅਤੇ ਜੰਗਲ ਵੱਲ ਤੁਰ ਪਿਆ। ਜਦੋਂ ਉਹ ਬਰਗਦ ਦੇ ਰੁੱਖ ਕੋਲ ਪਹੁੰਚਿਆ, ਉੱਲੂ ਪਹਿਲਾਂ ਹੀ ਉਸ ਡਾਲ ਤੇ ਬੈਠਾ ਉਸ ਦੀ ਉਡੀਕ ਕਰ ਰਿਹਾ ਸੀ। ਉੱਲੂ ਬੋਲਿਆ, ਤੂੰ ਆ ਗਿਆ। ਤੇਰੇ ਅੰਦਰ ਦੀ ਉਮੀਦ ਤੈਨੂੰ ਇੱਥੇ ਲੈ ਆਈ ਹੈ। ਇਹ ਤੇਰੀ ਜਿੱਤ ਵੱਲ ਪਹਿਲਾ ਕਦਮ ਹੈ। ਅਰਜੁਨ ਨੇ ਨਮਨ ਕੀਤਾ। ਉੱਲੂ ਨੇ ਕਿਹਾ, ਅੱਜ ਤੋਂ ਤੇਰਾ ਨਵਾਂ ਜੀਵਨ ਸ਼ੁਰੂ ਹੁੰਦਾ ਹੈ। ਮੈਂ ਤੈਨੂੰ ਕੋਈ ਖਜ਼ਾਨਾ ਜਾਂ ਚਮਤਕਾਰ ਨਹੀਂ ਦੇਵਾਂਗਾ। ਮੈਂ ਤੈਨੂੰ ਸਿਰਫ 5 ਆਦਤਾਂ ਦੇਵਾਂਗਾ। ਜੇ ਤੂੰ ਇਹਨਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਤਾਂ ਕਾਮਯਾਬੀ ਅਤੇ ਸਮਰਿੱਧੀ ਆਪ ਤੇਰੇ ਕੋਲ ਆਣਗੀਆਂ। ਅਰਜੁਨ ਨੇ ਪੂਰੇ ਵਿਸ਼ਵਾਸ ਨਾਲ ਕਿਹਾ, ਮੈਂ ਤਿਆਰ ਹਾਂ।